मैं रविंदर कौर पंजाबी अध्यापका जो SDS चैनल वालों तुहाडे सामने पंजाबी दी एक कविता लैके हाजिर हुई हाँ। मेरे वालों तुहानू सारिआं नू सत श्री अकाल। मैनू उम्मीद है अज जो भी कविता मैं तुहानू जिहड़ा है पढ़ाउण जा रही हाँ उस नू तुसीं सारे ही बड़े ध्यान नाल सुनोगे ते नाल ही समझोगे ते मैनू वध तो वध जिहड़ा है हौसला अफजाई करोगे। अज जो मैं कविता 9वीं जमात दी तुहाडे सामने पढ़ाउण जा रही हाँ ये CBSE सिलेबस दी 9वीं जमात दी जिहड़ी है पहली कविता भाई वीर सिंह जी दी लिखी हुई है जिसका नाम है समा। हुण तुहानू इत्थे तुहानू मैं ये दसना जरूरी समझदी हाँ कि भाई वीर सिंह जिहड़े हन वो कौन सन। भाई वीर सिंह जी आधुनिक कवि होए हन। हाँ जी, इत्थे तुहानू मैं ये सब तो पहला दसना चाहती हाँ कि कवि जिहड़े हन वो किहड़े किहड़े होए हन। साडे कोल अलग अलग तरह के कवि हन। सब तो पहला साडे कोल गुरमत काव होए हन। गुरमत काव मतलब गुरुआं दीआं कवितावां। उस तो बाद दूसरे कवि साडे कोल हैं सूफी काव जिहदे साडे कोल बाबा फरीद जी वर्गे जिहड़े हन बुल्ले शाह, शाह हुसैन वर्गे फकीरी रूप विच रहण वाले सूफी कवि होए हन। उस तो बाद जिहड़े हन साडे कोल वार कवि होए हन शाह मुहम्मद, गुरु गोबिंद सिंह जी, नजाबत जिन्हां ने वार कवितावां लिखियां हन। उस तो बाद जिहड़ा है आधुनिक कवि ਜਿਹੜੇ ਅੱਜ ਦੇ ਸਮਾਜਿਕ ਮਾਹੌਲ ਨੂੰ ਲੈ ਕੇ ਜਿਹੜੀਆਂ ਵੀ ਕਵਿਤਾਵਾਂ ਲਿਖਦੇ ਹਨ ਉਸ ਨੂੰ ਆਪਾਂ ਆਧੁਨਿਕ ਕਵੀ ਕਹਿੰਦੇ ਹਾਂ। ਉਹਨਾਂ ਵਿੱਚੋਂ ਹੀ ਭਾਈ ਵੀਰ ਸਿੰਘ ਜਿਹੜੇ ਹਨ ਉਹ ਸਾਡੇ ਮੁੱਢਲੇ ਜਿਹੜੇ ਹਨ ਉਹ ਕਵੀ ਰਹੇ ਹਨ ਜਿਨ੍ਹਾਂ ਨੂੰ ਅਸੀਂ ਆਧੁਨਿਕ ਕਵੀ ਦੇ ਜਨਮਦਾਤਾ ਕਹਿੰਦੇ ਹਾਂ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਪਿਤਾ ਸਰਦਾਰ ਚਰਨ ਸਿੰਘ ਤੇ ਮਾਤਾ ਸਰਦਾਰਨੀ ਉੱਤਮ ਕੌਰ ਜੀ ਦੇ ਘਰ ਹੋਇਆ ਸੀ। इन्हां नूं जिहड़ा है बहुत वड्डे विद्वान सन इन्हां दे पिता जी ते नाना जी जिन्हां तो इन्हां नूं कवि बनन दा उत्साहित मिलिया सी ते इन्हां नूं 10वीं विचों इन्हां ने पहले जमात विच सोन तगमा हासिल करके जिहड़ा है इन्हां ने पहला स्थान प्राप्त किया सी। उस तो बाद इन्हां ने बहुत सारियां कवितावां, नाटक, नावल, कहानियां लिखियां हन जिन्हां करके इस नूं आपां ਸਾਹਿਤਕਾਰ ਕਹਿੰਦੇ ਹਾਂ। ਇਸੇ ਕਰਕੇ ਇਹਨਾਂ ਨੂੰ ਦਾ ਨਾਮ ਸਾਹਿਤਕਾਰ ਦੇ ਰੂਪ ਵਿੱਚ ਮਸ਼ਹੂਰ ਹੋਇਆ ਹੈ। ਅੱਜ ਉਹਨਾਂ ਦੀ ਹੀ ਇੱਕ ਕਵਿਤਾ ਜਿਹੜੀ ਬਹੁਤ ਜ਼ਿਆਦਾ ਜਿਹੜੀ ਹੈ ਕਾਫੀ ਸਮੇਂ ਤੋਂ ਜਿਹੜੀ ਹੈ ਬਹੁਤ ਪ੍ਰਸਿੱਧ ਰਹੀ ਹੈ ਉਹ ਕਵਿਤਾ ਹੈ ਸਮਾਂ। ਸਮਾਂ ਦਾ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਮਤਲਬ ਕਿ ਸਮਾਂ ਦਾ ਮਤਲਬ ਹੁੰਦਾ ਹੈ ਟਾਈਮ ਜੋ ਇੱਕ ਵਾਰੀ ਲੰਘ ਜਾਂਦਾ ਹੈ ਉਹ ਦੁਬਾਰਾ ਕਦੀ ਵਾਪਸ ਨਹੀਂ ਆਉਂਦਾ। ਤੇ ਉਸੇ ਦੇ ਉੱਤੇ ਹੀ ਭਾਈ ਵੀਰ ਸਿੰਘ ਜੀ ਨੇ ਇੱਕ ਕਵਿਤਾ ਲਿਖੀ ਹੈ ਕਿ ਅਸੀਂ ਸਮੇਂ ਨੂੰ ਲੱਖਾਂ ਕੋਸ਼ਿਸ਼ ਕਰ ਲਈਏ ਕਿ ਅਸੀਂ ਰੋਕ ਲਈਏ, ਅਸੀਂ ਜਿਹੜੀ ਹੈ ਪੱਥਰ ਲਾ ਦਈਏ, ਰੁਕਾਵਟਾਂ ਪਾ ਦਈਏ, ਅਟਕਲਾਂ ਲਾ ਦਈਏ ਪਰ ਸਮਾਂ ਜਿਹੜਾ ਉਹ ਕਦੇ ਵੀ ਰੁਕਦਾ ਨਹੀਂ। ਜਿਵੇਂ ਦਰਿਆ ਦਾ ਪਾਣੀ ਜਿਹੜਾ ਇੱਕ ਵਾਰੀ ਜੋ ਵਗ ਜਾਂਦਾ ਹੈ ਉਹ ਦੁਬਾਰਾ ਮੁੜ ਕੇ ਵਾਪਸ ਪਤਣਾ ਨੂੰ ਨਹੀਂ ਆ ਸਕਦਾ, ਇਸੇ ਤਰ੍ਹਾਂ ਹੀ ਸਮਾਂ ਜਿਹੜਾ ਹੈ ਜੇ ਇੱਕ ਵਾਰੀ ਲੰਘ ਜਾਏ ਉਹ ਵਾਪਸ ਕਦੇ ਨਹੀਂ ਆਉਂਦਾ। ਔਰ ਇਹ ਕਵਿਤਾ ਜਿਹੜੀ ਹੈ ਅੱਜ ਕੁਝ ਚੰਦ ਲਾਈਨਾਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਭਾਈ ਵੀਰ ਸਿੰਘ ਦੀਆਂ ਲਿਖੀਆਂ ਹੋਈਆਂ ਪੜ੍ਹਾਂਗੀ ਤੇ ਫਿਰ ਉਹਨਾਂ ਦੇ ਅਰਥ ਤੇ ਨਾਲ ਹੀ ਵਿਆਖਿਆ ਕਰਾਂਗੀ। ਮੈਨੂੰ ਉਮੀਦ ਹੈ ਤੁਸੀਂ ਬੜੇ ਧਿਆਨ ਨਾਲ ਇਸ ਨੂੰ ਸੁਣੋਗੇ, ਸਮਝੋਗੇ ਤੇ ਮੈਨੂੰ ਵੱਧ ਤੋਂ ਵੱਧ ਪਿਆਰ ਜਿਹੜਾ ਆਪਣਾ ਦਿਓਗੇ। ਭਾਈ ਵੀਰ ਸਿੰਘ ਜੀ ਦੀ ਕਵਿਤਾ ਦੀਆਂ ਮੁੱਖ ਲਾਈਨਾਂ ਹਨ ਸ਼ੁਰੂ ਤੋਂ। ਪਹਿਲੀ ਲਾਈਨ ਜਿਹੜੀ ਹੈ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਰਹੀ ਵਾਸਤੇ ਘੱਤ, ਵਾਸਤੇ ਹੁੰਦਾ ਹੈ ਮਿੰਤਾਂ, ਤਰਲੇ, ਘੱਤ ਮਤਲਬ ਕਰਨੀਆਂ। बड़े वास्ते पाए, बड़े मिन्नतां कीतियां, ठीक है। समय ने एक ना मन्नी, कहते वो जिहड़ा समा है, टाइम है, उसने मेरी एक भी गल जिहड़ी सुनी नहीं। अगली लाइन है, फड़ फड़ रही तरीक, तरीकना हुंदा है पिछे नूं खिंचना, किसी चीज़ नूं जिहड़ा है
ਪਿੱਛੇ ਵੱਲ ਨੂੰ ਜਿਹੜਾ ਧਰੀਕਣਾ, ਖਿੱਚਣਾ, ਰੋਕਣ ਦੀ ਕੋਸ਼ਿਸ਼ ਕਰਨੀ, ਉਹਨੂੰ ਆਪਾਂ ਕਹਿੰਦੇ ਆ ਧਰੀਕ। ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ। ਖਿਸਕਾਈ ਮਤਲਬ ਹੁੰਦਾ ਹੈ ਖਿੱਚ ਲੈਣਾ ਆਪਣੇ ਆਪ ਨੂੰ ਅੱਗੇ ਵੱਲ। ਕੰਨੀ ਹੁੰਦਾ ਜਿਵੇਂ ਚੁੰਨੀ ਦਾ ਇੱਕ ਦੁਪੱਟੇ ਦੀ ਜਿਹੜੀ ਨੋਕ ਹੈ ਉਹਨੂੰ ਆਪਾਂ ਕੰਨੀ ਕਹਿੰਦੇ ਆ। ਠੀਕ ਹੈ, ਕਹਿੰਦੇ ਸਮੇਂ ਨੇ ਜਿਹੜਾ ਹੈ ਅੱਗੇ ਲੰਘਣ ਵਾਸਤੇ ਮੇਰੇ ਕੋਲੋਂ ਕੰਨੀ ਜਿਹੜੀ ਛੁਡਾ ਕੇ ਅੱਗੇ ਨਿਕਲ ਗਿਆ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ। ਕਹਿੰਦੇ ਜਿਹੜਾ ਹੈ ਮੈਂ ਕਿਸੇ ਤਰੀਕੇ ਵੀ ਜਿਹੜਾ ਹੈ ਸਮੇਂ ਨੂੰ ਰੋਕ ਨਹੀਂ ਸਕੀ, ਬੜੇ ਵਾਸਤੇ ਪਾਏ, ਬੜੀਆਂ ਰੁਕਾਵਟਾਂ ਪਾਈਆਂ। ਅਟਕ ਜੋ ਪਾਈ ਭੰਨੀ। ਅਟਕ ਦਾ ਮਤਲਬ ਹੈ ਰੁਕਾਵਟ। ਅਟਕ ਦਾ ਮਤਲਬ ਹੈ ਰੁਕਾਵਟ, ਕਿਸੇ ਚੀਜ਼ ਨੂੰ ਜਿਹੜਾ ਹੈ ਰੋਕਣਾ, ਰੁਕਾਵਟ ਪਾ ਦੇਣੀ, ਕੋਈ ਚੀਜ਼ ਦਾ ਅੱਗੇ ਪੱਥਰ ਲਾ ਦੇਣੇ, ਰੋਕਣ ਦੀ ਕੋਸ਼ਿਸ਼ ਕਰਨੀ, ਉਹਨੂੰ ਆਪਾਂ ਕਹਿੰਦੇ ਆ ਰੁਕਾਵਟ। ਤਿੱਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਕਹਿੰਦੇ ਆਪਣੇ ਤਿੱਖੇ ਜਿਹੜੇ ਤੇਜ਼ ਧਾਰ ਨਾਲ ਜੇ ਆਪਾਂ ਦਰਿਆ ਨੂੰ ਅਟਕਾਉਣ ਦੀ ਕੋਸ਼ਿਸ਼ ਕਰੀਏ, ਰੋਕਣ ਦੀ ਕੋਸ਼ਿਸ਼ ਕਰੀਏ, ਪਰ ਦਰਿਆ ਦਾ ਜਿਹੜਾ ਪਾਣੀ ਹੈ ਉਹ ਤਾਂ ਵੀ ਰੁਕਦਾ ਨਹੀਂ, ਉਹ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈ ਬੰਨੋ ਬੰਨੀ ਜਿਹੜਾ ਅੱਗੇ ਜਿਹੜਾ ਉਹ ਨਿਕਲ ਜਾਂਦਾ ਹੈ, ਪਤਨਾ ਤੋਂ ਲੰਘ ਜਾਂਦਾ ਹੈ ਤੇ ਵਾਪਸ ਕਦੇ ਨਹੀਂ ਮੁੜਦਾ। ਟੱਪ ਗਿਆ ਬੰਨੇ ਬੰਨੀ। ਬੰਨੇ ਬੰਨੀ ਦਾ ਮਤਲਬ ਹੁੰਦਾ ਹੈ ਉਹ ਸਾਰੀਆਂ ਜਿਹੜੀਆਂ ਹੈ ਸੀਮਾਵਾਂ ਜਿਹੜੀਆਂ ਉਹ ਪਾਰ ਕਰ ਜਾਂਦਾ ਹੈ। ਕਹਿੰਦੇ ਹੁਣ ਜਿਹੜੀ ਹੈ ਇਹਨਾਂ ਲਾਈਨਾਂ ਦੇ ਪੂਰੀ ਵਿਆਖਿਆ ਜਿਹੜੀ ਮੈਂ ਤੁਹਾਨੂੰ ਸਮਝਾਉਣ ਜਾ ਰਹੀ ਹਾਂ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਕਹਿੰਦੇ ਭਾਈ ਵੀਰ ਸਿੰਘ ਜਿਹੜੇ ਹਨ ਇੱਕ ਇਸਤਰੀ ਦੇ ਰੂਪ ਵਿੱਚ ਸਮਝਾ ਰਹੇ ਹਨ ਕਿ ਜਿਹੜਾ ਹੈ ਕਿ ਸਮੇਂ ਜਿਹੜਾ ਹੈ ਉਹਨੂੰ ਮੈਂ ਬੜੇ ਜਿਹੜੀਆਂ ਮਿੰਨਤਾਂ ਤਰਲੇ ਕੀਤੇ ਕਿ ਤੂੰ ਠਹਿਰ ਜਾ, ਰੁਕ ਜਾ ਥੋੜ੍ਹੇ ਸਮੇਂ ਲਈ, ਪਰ ਸਮੇਂ ਨੇ ਮੇਰੀ ਇੱਕ ਵੀ ਗੱਲ ਜਿਹੜੀ ਉਹ ਮੰਨੀ ਨਹੀਂ। ਉਹ ਰੁਕਿਆ ਨਹੀਂ ਮੇਰੇ ਕਹਿਣ 'ਤੇ। ਮੈਂ ਜਿੰਨਾ ਮਰਜ਼ੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗੇ ਹੀ ਅੱਗੇ ਚੱਲਦਾ ਰਿਹਾ। ਫੜ ਰਹੀ ਧਰੀਕ। ਕਹਿੰਦੇ ਮੈਂ ਸਮੇਂ ਨੂੰ ਜਿਹੜੀ ਖਿੱਚਦੀ ਰਹੀ ਆਪਣੇ ਵੱਲ, ਪਿੱਛੇ ਵੱਲ ਨੂੰ, ਕਿ ਸੂਈਆਂ ਵੀ ਪਿੱਛੇ ਕਰ ਦਿੱਤੀਆਂ ਘੜੀ ਦੀਆਂ, ਪਰ ਸਮਾਂ ਜਿਹੜਾ ਫਿਰ ਵੀ ਰੁਕਿਆ ਨਹੀਂ, ਫਿਰ ਵੀ ਉਹ ਅੱਗੇ ਲੰਘਦਾ ਹੀ ਲੰਘਦਾ ਗਿਆ। ਸਮੇਂ ਖਿਸਕਾਈ ਕੰਨੀ। ਕਹਿੰਦੇ ਸਮੇਂ ਨੇ ਆਪਣੀ ਜਿਹੜੀ ਹੈ ਮੇਰੇ ਕੋਲੋਂ ਕੰਨੀ ਛੁਡਾ ਕੇ ਉਹ ਅੱਗੇ ਵੱਧ ਗਿਆ। ਕਿਵੇਂ ਨਾ ਸਕੀ ਰੋਕ ਅਟਕ ਜੋ ਬਾਈ ਭੰਨੀ। ਕਹਿੰਦੇ ਮੈਂ ਕਿਵੇਂ ਰੋਕਾਂ ਉਸ ਦਰਿਆਵਾਂ ਦੇ ਪਾਣੀ ਨੂੰ ਜਿਹੜਾ ਅੱਗੇ ਅੱਗੇ ਚੱਲ ਰਿਹਾ, ਮੈਂ ਉਹਨਾਂ ਨੂੰ ਬੰਨ ਲਗਾ ਕੇ ਰੁਕਾਵਟ ਪਾ ਕੇ ਕਿਵੇਂ ਰੋਕ ਲਵਾਂ? ਨਹੀਂ ਰੋਕ ਸਕਦੀ। ਕਿਵੇਂ ਉਸ ਦਰਿਆ ਦੇ ਪਾਣੀ ਨੂੰ ਰੋਕਾਂ? ਕਿਵੇਂ ਨਾ ਸਕੀ ਰੋਕ, ਕਿਸੇ ਤਰੀਕੇ ਵੀ ਮੈਂ ਉਹਨੂੰ ਰੋਕ ਨਹੀਂ ਸਕੀ, ਉਹ ਲੰਘਦਾ ਹੀ ਜਾ ਰਿਹਾ ਅੱਗੇ ਅੱਗੇ। ਅਟਕ ਜੋ ਪਾਈ ਭੰਨੀ। ਕਹਿੰਦੇ ਮੈਂ ਰੋਜ਼ ਰੁਕਾਵਟਾਂ ਪਾਈਆਂ, ਬਹੁਤ ਕੁਝ ਕੀਤਾ, ਪਰ ਉਹ ਆਪਣੇ ਤਿੱਖੇ ਜਿਹੜੇ ਵੇਗ ਨਾਲ, ਤਿੱਖੇ ਆਪਣੇ ਵੇਗ, ਕਹਿੰਦੇ ਆਪਣੇ ਤਿੱਖੇ ਜਿਹੜੇ ਤੇਜ਼ ਜਿਹੜੇ ਹਨ, ਤੇਜ਼ ਵੇਗ ਨਾਲ, ਤੇਜ਼ ਰਾਹਾਂ ਨਾਲ ਜਿਹੜਾ ਹੈ ਹਰ ਤਰ੍ਹਾਂ ਦੇ ਬੰਨੇ ਬੰਨੀ ਜਿਹੜਾ ਤੋੜ ਕੇ, ਹਰ ਤਰ੍ਹਾਂ ਦੀ ਰੁਕਾਵਟ ਲਾ ਤੋੜ ਕੇ ਉਹ ਅੱਗੇ ਹੀ ਅੱਗੇ ਜਿਹੜਾ ਹੈ ਉਹ ਲੰਘਦਾ ਗਿਆ। ਲੰਘ ਗਿਆ ਟੱਪ ਬੰਨ ਬੰਨੀ। ਕਹਿੰਦੇ ਸਾਰੀਆਂ ਸੀਮਾਵਾਂ ਜਿਹੜੀਆਂ ਉਹ ਪਾਰ ਕਰਕੇ ਅੱਗੇ ਲੰਘ ਗਿਆ, ਪਰ ਸਮਾਂ ਜਿਹੜਾ ਉਹ ਰੁਕਿਆ ਨਹੀਂ। ਕਹਿੰਦੇ ਦੇਖੋ ਅੱਜ ਭਾਈ ਵੀਰ ਸਿੰਘ ਸਮਝਾ ਰਹੇ ਹਨ, ਜੇ ਆਪਾਂ ਸਮੇਂ ਅਨੁਸਾਰ ਚੱਲਾਂਗੇ, ਸਮੇਂ ਨੂੰ ਜਿਹੜਾ ਹੈ ਸਹੀ ਸੰਭਾਲ ਕਰਾਂਗੇ, ਠੀਕ ਹੈ, ਤਾਂ ਅਸੀਂ ਹਰ ਕੰਮ ਵਿੱਚ ਸਫਲ ਹੋਵਾਂਗੇ। ਇਸ ਕਰਕੇ ਭਾਈ ਵੀਰ ਸਿੰਘ ਸਮਝਾ ਰਹੇ ਹਨ ਕਿ ਸਾਨੂੰ ਸਮੇਂ ਨੂੰ ਸੰਭਾਲਣਾ ਚਾਹੀਦਾ ਹੈ, ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ, ਸਮੇਂ ਨੂੰ ਜਿਹੜਾ ਹੈ ਟਾਲਣਾ ਨਹੀਂ ਚਾਹੀਦਾ ਕਿ ਅੱਜ ਨਹੀਂ ਕੱਲ੍ਹ ਕਰ ਲਵਾਂਗੇ, ਕੱਲ੍ਹ ਨਹੀਂ ਪਰਸੋਂ ਕਰ ਲਵਾਂਗੇ। ਇਸੇ ਕਰਕੇ ਇਸ ਕਵਿਤਾ ਵਿੱਚ ਕਵੀ ਨੇ ਸਮਝਾਇਆ ਹੈ ਹੋ ਅਜੇ ਸੰਭਾਲ ਇੱਕ ਸਮੇਂ ਨੂੰ ਕਰ ਸਫਲ ਉੜਦਾ ਜਾਵਦਾ। ਕਹਿੰਦੇ ਕਵੀ ਕਹਿ ਰਿਹਾ ਹੈ ਕਿ ਜਿਹੜਾ ਸਮੇਂ ਨੂੰ ਜਿਹੜਾ ਹੈ ਸਮੇਂ ਸਿਰ ਸੰਭਾਲ ਲੈਂਦਾ ਉਹ ਹਮੇਸ਼ਾ ਜਿਹੜਾ ਹੈ ਉਹ ਉੜਦਾ ਰਹਿੰਦਾ, ਹਮੇਸ਼ਾ ਸਫਲ ਹੁੰਦਾ ਹੈ, ਕਦੇ ਵੀ ਜਿਹੜਾ ਉਹਨੂੰ ਕਿਸੇ ਕੰਮ ਵਿੱਚ ਉਹਦੇ ਰੁਕਾਵਟ ਨਹੀਂ ਆਉਂਦੀ। ਇੱਕ ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਕਹਿੰਦੇ ਸਮਾਂ ਜਿਹੜਾ ਹੈ ਇਹ ਰੁਕਦਾ ਨਹੀਂ, ਜੇ ਇੱਕ ਵਾਰੀ ਲੰਘ ਗਿਆ ਦੁਬਾਰਾ ਵਾਪਸ ਨਹੀਂ ਆਉਂਦਾ। ਇਸ ਕਰਕੇ ਸਾਨੂੰ ਜਿਹੜਾ ਹੈ ਇੱਕੋ ਹੀ ਗੱਲ ਜਿਹੜੀ ਇਹ ਸਿੱਖਣੀ ਚਾਹੀਦੀ ਹੈ ਕਿ ਸਮਾਂ ਜਿਹੜਾ ਹੈ ਅੱਗੇ ਅੱਗੇ ਵੱਧਦਾ ਜਾਂਦਾ ਹੈ, ਸਾਨੂੰ ਸਮੇਂ ਅਨੁਸਾਰ ਚੱਲਣਾ ਚਾਹੀਦਾ ਹੈ। ਸਮੇਂ ਨੇ ਸਾਡੇ ਵਾਸਤੇ ਰੁਕਣਾ ਨਹੀਂ, ਜੋ ਸਮਾਂ ਇੱਕ ਵਾਰੀ ਲੰਘ ਗਿਆ ਉਹਨੇ ਮੁੜ ਕੇ ਆਉਣਾ ਨਹੀਂ। ਇਸ ਲਈ ਲਗਾਤਾਰ ਚੱਲਦਿਆਂ ਰਹਿਣ ਲਈ ਸਾਨੂੰ ਜਿਹੜਾ ਸਾਵਧਾਨ ਰਹਿਣਾ ਪਵੇਗਾ ਕਿ ਹਮੇਸ਼ਾ ਜਿਹੜੀ ਅਸੀਂ ਇਸ ਦੇ ਅਨੁਸਾਰ ਸਹੀ ਵਰਤੋਂ ਕਰੀਏ, ਸਹੀ ਸਮੇਂ ਅਨੁਸਾਰ ਚੱਲੀਏ ਤੇ ਅਸੀਂ ਆਪਣਾ ਜੀਵਨ ਜਿਹੜਾ ਸਫਲ ਬਣਾਈਏ। ਔਰ ਇਹਦੇ ਵਿੱਚ ਇੱਕੋ ਇੱਕ ਸਿੱਖਿਆ ਦਿੱਤੀ ਗਈ ਹੈ ਭਾਈ ਵੀਰ ਸਿੰਘ ਜੀ ਨੇ ਇਸ ਕਵਿਤਾ ਵਿੱਚ ਕਿ ਜਿਹੜਾ ਮਨੁੱਖ ਸਮੇਂ ਨੂੰ ਨਹੀਂ ਸੰਭਾਲਦਾ
ਉਹ ਹਮੇਸ਼ਾ ਠੋਕਰਾਂ ਖਾਂਦਾ ਹੈ। ਜਿਹੜਾ ਸਮੇਂ ਨੂੰ ਸੰਭਾਲ ਲੈਂਦਾ ਹੈ ਉਹ ਜ਼ਿੰਦਗੀ ਵਿੱਚ ਹਮੇਸ਼ਾ ਕਾਮਯਾਬ ਹੁੰਦਾ ਹੈ, ਕਿਉਂਕਿ ਸਮੇਂ ਨੇ ਸਾਡੇ ਵਾਸਤੇ ਰੁਕਣਾ ਨਹੀਂ, ਅਸੀਂ ਜਿਹੜਾ ਸਮੇਂ ਨੂੰ ਅਨੁਸਾਰ ਚੱਲਣਾ ਹੈ। ਇਹੀ ਇਸ ਕਵਿਤਾ ਜਿਹੜੀ ਸਿੱਖਿਆ ਭਾਈ ਵੀਰ ਸਿੰਘ ਨੇ ਦਿੱਤੀ ਹੈ। ਔਰ ਇਹਦੇ ਵਿੱਚ ਜਿਹੜਾ ਹੈ ਬਹੁਤ ਕੁਝ ਜਿਹੜਾ ਸਾਨੂੰ ਇਸ ਛੋਟੀ ਜਿਹੀ ਕਵਿਤਾ ਵਿੱਚ ਭਾਈ ਵੀਰ ਸਿੰਘ ਨੇ ਬਹੁਤ ਵੱਡੇ ਜਿਹੜੇ ਅਰਥ ਸਮਝਾ ਦਿੱਤੇ ਹਨ। ਜਿਹੜਾ ਸਮੇਂ ਨੂੰ ਸੰਭਾਲ ਕੇ ਚੱਲਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਠੋਕਰਾਂ ਨਹੀਂ ਖਾਂਦਾ, ਉਹ ਹਮੇਸ਼ਾ ਹਰ ਰੁਕਾਵਟ ਨੂੰ ਪਾਰ ਕਰਕੇ ਅੱਗੇ ਲੰਘ ਜਾਂਦਾ ਹੈ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਵਿਤਾ ਦੀ ਪੂਰੀ ਵਿਆਖਿਆ ਜਿਹੜੀ ਸਮਝ ਆ ਗਈ ਹੋਵੇਗੀ। ਹੁਣ ਮੈਂ ਤੁਹਾਨੂੰ ਅਗਲੀ ਕਵਿਤਾ ਜਿਹੜਾ ਹੈ ਵੀਡੀਓ ਦੇ ਵਿੱਚ ਇਸ ਕਵਿਤਾ ਦੇ ਹੀ ਪ੍ਰਸ਼ਨ ਉੱਤਰ ਜਿਹੜੇ ਆ ਉਹ ਚੰਗੀ ਤਰ੍ਹਾਂ ਸਮਝਾਵਾਂਗੇ। ਇਹ ਜਿਹੜੀ ਵਿਆਖਿਆ ਕਵਿਤਾ ਦੀ ਤੁਹਾਨੂੰ ਵਧੀਆ ਲੱਗੀ ਹੈ ਤਾਂ ਤੁਸੀਂ ਕਮੈਂਟ, ਲਾਈਕ, ਸ਼ੇਅਰ ਜ਼ਰੂਰ ਕਰਨਾ ਤੇ ਮੈਨੂੰ ਆਪਣਾ ਵੱਧ ਤੋਂ ਵੱਧ ਪਿਆਰ ਦੇਣਾ ਤਾਂ ਜੋ ਮੈਂ ਅਗਲੀ ਵੀਡੀਓ ਇਸ ਤੋਂ ਵੀ ਵਧੀਆ ਜਿਹੜੀ ਉਹ ਬਣਾ ਸਕਾਂ।